हाँ भी नमस्कार भी साਰਿਆਂ ਨੂੰ ਗੁਸਾਈ ਕੰਪੀਟੀਸ਼ਨ 'ਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਆਪਣੀ ਹਿਸਟਰੀ ਦੀ ਕਲਾਸ ਚੱਲ ਰਹੀ ਹੈ। ਆਪਣੇ ਹਿਸਟਰੀ ਦੇ ਪਹਿਲਾਂ 8 ਲੈਕਚਰ ਕੰਪਲੀਟ ਹੋ ਚੁੱਕੇ ਹੈ। ਅੱਜ ਹਿਸਟਰੀ ਦਾ ਲੈਕਚਰ ਨੰਬਰ 9 ਹੈ। ਕਲੀਅਰ ਹੈ। ਤਾਂ ਆਪਣਾ 8ਵਾਂ ਲੈਕਚਰ ਜੋ ਸੀਗਾ ਉਹ ਅਸ਼ੋਕਾ ਤੇ ਆਪਾਂ ਕੰਪਲੀਟ ਕੀਤਾ ਸੀ। ਕੰਪਲੀਟ ਨਹੀਂ ਹੋਇਆ ਸੀ, ਥੋੜਾ ਜਿਹਾ ਰਹਿ ਗਿਆ ਸੀਗਾ। ਤਾਂ ਅੱਜ 9ਵਾਂ ਲੈਕਚਰ ਜੋ ਸ਼ੁਰੂ ਕਰ ਰਹੇ ਹਾਂ ਉਹ ਅਸ਼ੋਕਾ ਤੋਂ ਹੀ ਸ਼ੁਰੂ ਕਰ ਰਹੇ ਹਾਂ ਤੇ ਉਹਨੂੰ ਖਤਮ ਕਰਕੇ ਫਿਰ ਆਪਾਂ ਨੈਕਸਟ ਵੰਸ਼ ਬਾਰੇ ਪੜਾਂਗੇ। ਤਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਤੁਹਾਡਾ ਲੈਕਚਰ ਸ਼ੁਰੂ ਕਰਦਾ। ਤਾਂ ਆਪਾਂ ਗੱਲ ਕਰ ਰਹੇ ਹਾਂ ਮੌਰਿਆ ਵੰਸ਼ ਦੀ। ਮੌਰਿਆ ਵੰਸ਼ ਦੁਆਰਾ ਆਪਾਂ ਕਿਹਦੀ ਗੱਲ ਕਰ ਰਹੇ ਹਾਂ? ਅਸ਼ੋਕਾ ਬਾਰੇ ਆਪਾਂ ਗੱਲ ਕਰ ਰਹੇ ਹਾਂ। ਅਸ਼ੋਕਾ ਦੀ ਜੋ ਗੱਲ ਆਪਾਂ ਦੇਖ ਚੁੱਕੇ ਆਪਾਂ ਉਹਦੇ ਬਾਰੇ ਨਹੀਂ ਪੜਾਂਗੇ। ਆਪਾਂ ਸਭ ਕੁਝ ਦੇਖ ਚੁੱਕੇ ਹਾਂ, ਕਦੋਂ ਰਾਜਾ ਬਣਿਆ, ਕਿਹਨੂੰ ਹਰਾਇਆ, ਕਲਿੰਗ ਦੀ ਲੜਾਈ ਕਦੋਂ ਹੋਈ, ਬੁੱਧ ਧਰਮ ਕਦੋਂ ਅਪਣਾਇਆ, ਕਿ ਕੌਣ ਗੁਰੂ ਸੀ, ਉਹਦੇ ਬਾਰੇ ਪੜ ਚੁੱਕੇ ਹਾਂ। ਉਹ ਗੱਲ ਨਹੀਂ ਕਰਾਂਗੇ, ਨਵੀਂ ਗੱਲ ਦੇਖਾਂਗੇ। ਇਹਦੇ ਟਾਈਮ ਤੇ ਭਾਰਤ ਵਿੱਚ 5 ਸਟੇਟਾਂ ਸੀਗੀਆਂ। ਇਹਦੇ ਟਾਈਮ ਤੇ ਭਾਰਤ ਦੇ ਵਿੱਚ ਕਿੰਨੀਆਂ ਸਟੇਟਾਂ ਸੀਗੀਆਂ? ਤਾਂ 5 ਸਟੇਟ ਸੀਗੀਆਂ। ਇਹਦੇ ਟਾਈਮ ਤੇ ਭਾਰਤ ਦੇ ਵਿੱਚ 5 ਸਟੇਟਾਂ ਸੀਗੀਆਂ। ਅਗਰ ਮੈਂ ਮੈਪ ਰਾਹੀਂ ਸਮਝਾਵਾਂ ਤਾਂ ਤੁਸੀਂ ਇੱਥੇ ਨਾਰਥ ਮੰਨ ਲਓ, ਆ ਈਸਟ ਹੋ ਗਿਆ, ਇਹ ਸਾਊਥ ਹੋ ਗਿਆ, ਆ ਵੈਸਟ ਹੋ ਗਿਆ। 4 ਤਰ੍ਹਾਂ ਦੀ ਡਾਇਰੈਕਸ਼ਨਾਂ ਹੁੰਦੀਆਂ ਨਾ ਆਪਣੀ, ਨਾਰਥ ਈਸਟ ਸਾਊਥ ਵੈਸਟ, ਪੂਰਬ ਪੱਛਮ ਉੱਤਰ ਦੱਖਣ। ਤਾਂ ਅਗਰ ਪੁੱਛਿਆ ਜਾਵੇ ਤਾਂ ਨਾਰਥ ਕੰਨੀ ਕਿਹੜੀ ਸਟੇਟ ਸੀਗੀ? ਤਾਂ ਨਾਰਥ ਕੰਨੀ ਸੀਗੀ ਤਕਸ਼ੀਲਾ। ਕਲੀਅਰ ਹੋ ਗਈ। ਅਗਰ ਤੁਹਾਨੂੰ ਪੁੱਛਿਆ ਜਾਵੇ ਈਸਟ ਕੰਨੀ ਕਿਹੜੀ ਸੀਗੀ? ਤਾਂ ਈਸਟ ਕੰਨੀ ਸੀਗਾ ਕਲਿੰਗ। ਆਪਾਂ ਕਲਿੰਗ ਦੀ ਬਾਰੇ ਜਾਣਿਆ ਵੀ, ਤਾਂ ਕਲਿੰਗ ਪੈਂਦੀ ਹੈ ਈਸਟ ਕੰਨੀ। ਅਗਰ ਤੁਹਾਨੂੰ ਪੁੱਛਿਆ ਸਾਊਥ ਕੰਨੀ ਕਿਹੜੀ ਹੈ? ਤਾਂ ਸੁਵਰਨਾਗਿਰੀ ਇਹ ਪੈਂਦੀ ਹੈ ਸਾਊਥ ਕੰਨੀ। ਵੈਸਟ ਕੰਨੀ ਕਿਹੜੀ ਆ ਜਾਂਦੀ ਹੈ? ਤਾਂ ਵੈਸਟ ਕੰਨੀ ਆ ਜਾਂਦੀ ਹੈ ਉਜੈਨ। ਕਲੀਅਰ ਹੋ ਗਈ ਗੱਲ ਨੂੰ? 4 ਤਰ੍ਹਾਂ ਦੀ ਸੀਗੀਆਂ। ਦੇਖੋ ਬਈ, ਠੀਕ ਹੈ। ਸੁਵਰਨਾਗਿਰੀ ਕਿੱਥੇ ਪੈਂਦੀ ਹੈ? ਤਾਂ ਸੁਵਰਨਾਗਿਰੀ ਪੈਂਦੀ ਹੈ ਸਾਊਥ 'ਚ, ਤਕਸ਼ੀਲਾ ਪੈਂਦੀ ਹੈ ਨਾਰਥ 'ਚ, ਈਸਟ 'ਚ ਪੈਂਦੀ ਹੈ ਕਲਿੰਗ, ਵੈਸਟ 'ਚ ਪੈਂਦੀ ਹੈ ਉਜੈਨ। 4 ਸਟੇਟਾਂ ਹੋਈਆਂ। ਇੱਕ ਪੈਂਦੀ ਜਮਾ ਬਚਾਲੇ, ਉਹ ਹੈਗੀ ਹੈ ਪਾਟਲੀਪੁੱਤਰਾ। ਧਿਆਨ ਰੱਖਣਾ। ਇਹਦੇ ਟਾਈਮ ਤੇ ਕਿੰਨੀਆਂ ਸਟੇਟਾਂ ਸੀਗੀਆਂ? 5 ਸਟੇਟਾਂ ਸੀਗੀਆਂ। ਮੈਂ ਫਿਰ ਦੱਸਦਾ, ਇਹਦੇ ਟਾਈਮ ਤੇ ਭਾਰਤ ਦੇ ਵਿੱਚ 5 ਸਟੇਟਾਂ ਸੀਗੀਆਂ। ਕਿਹੜੀ? ਤਾਂ ਤਕਸ਼ੀਲਾ ਹੋ ਗਈ, ਈਸਟ ਕੰਨੀ ਕਲਿੰਗ ਹੋ ਗਈ, ਸੁਵਰਨਾਗਿਰੀ ਕਿੱਧਰ ਹੋ ਗਈ? ਸਾਊਥ ਕੰਨੀ ਹੋ ਗਈ, ਵੈਸਟ ਕੰਨੀ ਉਜੈਨ ਹੋ ਗਈ, ਤੇ ਸੈਂਟਰ 'ਚ ਪਾਟਲੀਪੁੱਤਰ ਹੋ ਗਈ। ਤਾਂ ਹੋ ਗਈਆਂ 5 ਇਹੀ ਕੰਪਲੀਟ। ਉਸ ਤੋਂ ਬਾਅਦ ਇਹਨੇ ਭਾਰਤ ਦੇ ਵਿੱਚ 4 ਤਰ੍ਹਾਂ ਦੇ ਟੈਕਸ ਲਗਾਏ। 4 ਟੈਕਸ ਅਸ਼ੋਕਾ ਨੇ 4 ਤਰ੍ਹਾਂ ਦੇ ਟੈਕਸ ਲਗਾਏ ਸੀਗੇ। ਉਹ ਟੈਕਸ ਕਿਹੜੇ ਸੀ? ਨਿਰਕਰਮਿਆ, ਭਾਗਾ, ਤੀਜਾ ਸੁਲੰਕਾ ਤੇ ਕਸਟਮ। ਬਈ 4 ਤਰ੍ਹਾਂ ਦੇ ਟੈਕਸ ਸੀਗੇ। ਇਹਨਾਂ ਦਾ ਪਤਾ ਹੋਣਾ ਚਾਹੀਦਾ ਹੈ। ਅਗਰ ਕੋਈ 5ਵਾਂ ਟੈਕਸ ਆ ਗਿਆ ਤਾਂ ਉਹ ਅਸ਼ੋਕ ਦੁਆਰਾ ਨਹੀਂ ਲਗਾਇਆ ਗਿਆ ਸੀਗਾ। ਤੁਸੀਂ ਕੁਐਸਚਨ ਨੂੰ ਧਿਆਨ ਨਾਲ ਸਮਝ ਜਿਓ ਫਿਰ। ਤਾਂ ਇਹ 4 ਟੈਕਸ ਲਗਾਏ ਗਏ ਸੀਗੇ ਅਸ਼ੋਕਾ ਦੇ ਦੁਆਰਾ। ਨਿਰਕਰਮਿਆ, ਭਾਗਾ, ਸੁਲੰਕਾ ਤੇ ਕਸਟਮ 4 ਟੈਕਸ ਲਗਾਏ ਗਏ ਸੀ। ਇਹਦੇ ਟਾਈਮ ਤੇ 5 ਸਟੇਟਾਂ ਬਣੀਆਂ ਸੀ। ਉਹ ਮੈਂ 5 ਸਟੇਟਾਂ ਆਪਾਂ ਦੇਖ ਲਈਆਂ ਕਿਹੜੀਆਂ ਸੀਗੀਆਂ। ਇਸ ਤੋਂ ਬਾਅਦ ਜਦੋਂ ਹੀ ਇਹ ਬੁੱਧ ਧਰਮ 'ਚ ਪਿਆ, ਇਹਨਾਂ ਦਾ ਸਮਰਾਜ ਟੁੱਟਣ ਲੱਗ ਗਿਆ। ਸਮਰਾਜ ਟੁੱਟਣ ਕਿਵੇਂ ਲੱਗ ਗਿਆ? ਇਹਨੂੰ ਨੋਟ ਕਰੋ, ਫਿਰ ਮੈਂ ਰਫ ਕਰਾਂ। ਇਹਨੂੰ ਦੇਖੋ, ਨੋਟ ਕਰ ਲਿਓ। 5 ਸਟੇਟਾਂ ਦੱਸਦੀਆਂ, ਤਕਸ਼ੀਲਾ, ਪਾਟਲੀਪੁੱਤਰਾ, ਕਲਿੰਗ, ਸੁਵਰਨਾਗਿਰੀ ਤੇ ਉਜੈਨ। ਤੇ 4 ਤਰ੍ਹਾਂ ਦੇ ਟੈਕਸ ਲਗਾਏ ਸੀਗੇ। ਟੈਕਸ ਕਿਹੜੇ ਸੀਗੇ? ਉਹ ਨਿਰਕਰਮਿਆ, ਭਾਗਾ, ਸੁਲੰਕਾ ਤੇ ਕਸਟਮ। ਇਹ 4 ਤਰ੍ਹਾਂ ਦੇ ਟੈਕਸ ਲਗਾਏ ਸੀਗੇ। ਹੁਣ ਦੇਖੋ, ਜਿਵੇਂ ਇਹ ਖਤਮ ਹੋਇਆ ਇਹਦਾ ਵੰਸ਼, ਤਾਂ ਜਿਵੇਂ ਇਹ ਬੁੱਧ ਧਰਮ 'ਚ ਪੈ ਗਿਆ ਤਾਂ ਇਹਦਾ ਵੰਸ਼ 2 ਪ੍ਰਕਾਰ ਨਾਲ ਟੁੱਟ ਗਿਆ। ਇੱਕ ਤਾਂ ਟੁੱਟ ਗਿਆ ਸੀ ਵੈਸਟ, ਇੱਕ ਟੁੱਟ ਗਿਆ ਸੀ ਈਸਟ। ਇੱਕ ਹੋ ਗਿਆ ਸੀ ਵੈਸਟ ਮੌਰਿਆ, ਇੱਕ ਹੋ ਗਿਆ ਸੀ ਈਸਟ ਮੌਰਿਆ। ਕਲੀਅਰ ਹੋ ਗਈ ਗੱਲ ਨੂੰ? ਤਾਂ ਫਿਰ ਜੇ ਚੀਜ਼ ਹੀ ਟੁੱਟ ਗਈ ਤਾਂ ਓਬਵੀਅਸ ਹੈ ਉਹ ਹੌਲੀ ਹੌਲੀ ਖਤਮ ਹੀ ਹੋਏਗੀ। ਤਾਂ ਅਸ਼ੋਕਾ ਤੋਂ ਬਾਅਦ ਕਦੇ ਕੁਐਸਚਨ ਆ ਗਿਆ ਟੋਟਲ ਕਿੰਨੇ ਕਿੰਗ ਬੈਠੇ? ਅਸ਼ੋਕਾ ਤੋਂ ਬਾਅਦ ਆਫਟਰ ਅਸ਼ੋਕਾ ਟੋਟਲ ਕਿੰਗ ਕਿੰਨੇ ਬੈਠੇ ਸੀ? 6 ਕਿੰਗ ਬੈਠੇ ਮੌਰਿਆ ਵੰਸ਼ ਦੇ। ਪਰ ਕੋਈ ਸੰਭਾਲ ਨਹੀਂ ਪਾਇਆ ਗੱਦੀ ਨੂੰ ਕੋਈ ਚੰਗੇ ਤਰੀਕੇ ਨਾਲ ਸੰਭਾਲ ਨਹੀਂ ਪਾਇਆ ਜਿਵੇਂ ਅਸ਼ੋਕ ਤੇ ਚੰਦਰਗੁਪਤ ਮੌਰਿਆ ਨੇ ਸੰਭਾਲੀ ਸੀਗੀ। 6 ਕਿੰਗ ਆਏ। ਉਹਨਾਂ ਬਾਰੇ ਨਹੀਂ ਪੜਨਾ ਕਿਉਂਕਿ ਉਹਨਾਂ ਨੇ ਕੁਝ ਕੀਤਾ ਹੀ ਨਹੀਂ। ਤਾਂ ਉਹਨਾਂ ਬਾਰੇ ਜਾਣ ਕੇ ਆਪਾਂ ਕੀ ਕਰਾਂਗੇ? ਪਰ ਆਪਾਂ ਨੂੰ ਲਾਸਟ ਕਿੰਗ ਬਾਰੇ ਪਤਾ ਹੋਣਾ ਚਾਹੀਦਾ ਹੈ। ਬਈ ਮੌਰਿਆ ਵੰਸ਼ ਦਾ ਲਾਸਟ ਕਿੰਗ ਕੌਣ ਰਿਹਾ ਸੀ? ਤਾਂ ਮੌਰਿਆ ਵੰਸ਼ ਦਾ ਲਾਸਟ ਕਿੰਗ ਉਹ ਰਿਹਾ ਸੀਗਾ ਬ੍ਰਿਹਦਰਥ। ਠੀਕ ਹੈ ਵੀ? ਤਾਂ ਕੌਣ ਰਿਹਾ ਸੀ? ਬ੍ਰਿਹਦਰਥ। ਇਹ ਲਾਸਟ ਕਿੰਗ ਰਿਹਾ ਸੀਗਾ। ਇਹ ਲਾਸਟ ਕਿਉਂ ਰਿਹਾ? ਬਈ ਇਹਦਾ ਇੱਕ ਕਮਾਂਡਰ ਸੀਗਾ ਜਿਹਦਾ ਨਾਮ ਸੀਗਾ ਪੁਸ਼ਪਮਿਤਰਾ ਸੰਘਾ।
ਬਈ ਇਹ ਇਹਦਾ ਕਮਾਂਡਰ ਸੀਗਾ। ਆਹ ਤਾਂ ਬਈ ਮੌਰਿਆ ਵੰਸ਼ ਦਾ ਰਾਜਾ ਸੀਗਾ, ਇਹ ਮੌਰਿਆ ਵੰਸ਼ ਦਾ ਰਾਜਾ ਸੀਗਾ। ਇਹਦਾ ਇੱਕ ਕਮਾਂਡਰ ਸੀਗਾ, ਮਤਲਬ ਇਹਦਾ ਸੈਨਾਪਤੀ ਬ੍ਰਿਹਦਰਥ ਦਾ ਸੈਨਾਪਤੀ ਕੌਣ ਸੀਗਾ? ਪੁਸ਼ਪਮਿਤਰਾ ਸੰਘਾ। ਤਾਂ ਸਾਰਾ ਦਰਬਾਰ ਸਾਂਭਦਾ ਸੀ ਪੁਸ਼ਪਮਿਤਰਾ ਸੰਘਾ। ਤਾਂ ਪੁਸ਼ਪਮਿਤਰਾ ਸੰਘਾ ਨੇ ਇਹਦੀ ਹੱਤਿਆ ਕਰਤੀ। ਕਿਹਦੀ ਹੱਤਿਆ ਕਰਤੀ? ਬ੍ਰਿਹਦਰਥ ਦੀ ਹੱਤਿਆ ਕਰਤੀ। ਤੇ ਇੱਥੇ ਹੀ ਖਤਮ ਹੋ ਗਿਆ। ਕਿਹੜਾ ਵੰਸ਼ ਖਤਮ ਹੋ ਗਿਆ? ਮੌਰਿਆ ਵੰਸ਼ ਖਤਮ ਹੋ ਗਿਆ। ਮੌਰਿਆ ਵੰਸ਼ ਕਦੋਂ ਖਤਮ ਹੋਇਆ? ਤਾਂ ਇਹ 185 BC ਚ ਖਤਮ ਹੋਇਆ। 185 BC ਚ ਜਾ ਕੇ ਇਹ ਖਤਮ ਹੋ ਗਿਆ। ਲਾਸਟ ਰਾਜਾ ਕੌਣ ਰਿਹਾ ਸੀ? ਬ੍ਰਿਹਦਰਥ। ਉਹਦੇ ਕਮਾਂਡਰ ਨੇ ਹੱਤਿਆ ਕਰਤੀ ਪੁਸ਼ਪਮਿਤਰਾ ਸੰਘਾ ਨੇ। 185 BC ਚ ਜਾ ਕੇ ਖਤਮ ਹੋ ਗਿਆ। ਟੋਟਲ ਕਿੰਨੇ ਚਿਰ ਰਾਜ ਕੀਤਾ? ਟੋਟਲ ਟੈਨਰ ਮਤਲਬ ਵੀ ਕਿੰਨੇ ਚਿਰ ਰਾਜ ਕੀਤਾ ਮੌਰਿਆ ਵੰਸ਼ ਨੇ? ਤਾਂ ਟੋਟਲ ਰਾਜ ਕੀਤਾ ਸੀ 137 ਈਅਰ। ਟੋਟਲ ਰਾਜ ਕੀਤਾ ਸੀ 137 ਈਅਰ। ਇੰਨੇ ਚਿਰ ਤਾਂ ਵੀ ਮੌਰਿਆ ਵੰਸ਼ ਨੇ ਰਾਜ ਕੀਤਾ ਤੇ ਲਾਸਟ 185 BC ਚ ਜਾ ਕੇ ਮੌਰਿਆ ਵੰਸ਼ ਖਤਮ ਹੋ ਗਿਆ। ਕਲੀਅਰ ਹੋ ਗਈ ਗੱਲ ਨੂੰ? ਤਾਂ ਮੌਰਿਆ ਵੰਸ਼ ਇੱਥੇ ਖਤਮ ਹੋ ਗਿਆ। ਹੁਣ ਆਪਾਂ ਸ਼ੁਰੂ ਕਰਾਂਗੇ ਸ਼ਾਂਗਾ ਵੰਸ਼। ਤਾਂ ਤੁਸੀਂ ਇਹਨੂੰ ਨੋਟ ਡਾਊਨ ਕਰੋ, ਫਿਰ ਮੈਂ ਸ਼ਾਂਗਾ ਵੰਸ਼ ਸ਼ੁਰੂ ਕਰਦਾ। ਤਾਂ ਇਹਨੂੰ ਨੋਟ ਡਾਊਨ ਕਰੋ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਸ਼ਾਂਗਾ ਵੰਸ਼ ਦੀ। ਸ਼ਾਂਗਾ ਵੰਸ਼, ਸ਼ਾਂਗਾ ਵੰਸ਼। ਅਜੇ ਸ਼ਾਂਗਾ ਵੰਸ਼ ਜਿਹੜਾ ਸੀਗਾ ਇਹਦਾ ਟਾਈਮ ਪੀਰੀਅਡ ਕਿੰਨੇ ਤੋਂ ਕਿੰਨੇ ਤੱਕ ਰਿਹਾ? ਪੂਰੇ ਵੰਸ਼ ਦਾ ਜ਼ਿਕਰ ਹੈ ਮੈਂ। 185 BC ਤੋਂ ਲੈ ਕੇ 73 BC ਤੱਕ ਰਿਹਾ। 185 BC ਤੋਂ ਲੈ ਕੇ 73 BC ਤੱਕ ਰਿਹਾ ਪੂਰੇ ਵੰਸ਼ ਦਾ ਟਾਈਮ ਪੀਰੀਅਡ। ਇਹ ਪੂਰੇ ਵੰਸ਼ 'ਚ ਰਾਜੇ ਕਿੰਨੇ ਆਏ? ਤਾਂ ਇਹ ਪੂਰੇ ਵੰਸ਼ 'ਚ ਸ਼ਾਂਗ ਵੰਸ਼ 'ਚ ਟੋਟਲ ਰਾਜੇ ਆਏ ਸੀ, ਟੋਟਲ ਕਿੰਗਸ ਜਿਹੜੇ ਆਏ ਸੀਗੇ ਉਹ ਸੀ 10। ਕਿੰਨੇ ਸੀਗੇ? 10 ਕਿੰਗ। ਪਰ ਆਪਾਂ 10 ਬਾਰੇ ਨਹੀਂ ਪੜ੍ਹਨਾ, ਆਪਾਂ ਮੇਨਲੀ 3 ਬਾਰੇ ਪੜ੍ਹਨਾ ਹੈ। 3 ਇੰਪੋਰਟੈਂਟ ਆਪਣੇ ਲਈ, ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। 10 ਬਾਰੇ ਇਹ ਜ਼ਿਆਦਾ ਵੰਸ਼ ਕੋਈ ਚੱਲਿਆ ਨਹੀਂਗਾ। ਕਲੀਅਰ ਹੋ ਗਈ ਗੱਲ ਨੂੰ? ਤਾਂ ਆਪਾਂ ਇਹਨਾਂ ਦੇ 3 ਰਾਜੇ ਪੜ੍ਹਨੇ ਆ। ਪਹਿਲਾਂ ਤਾਂ ਇਹਨਾਂ ਦੇ ਫਾਊਂਡਰ ਹੀ ਦੇਖਦੇ ਆ, ਇਹਦੇ ਫਾਊਂਡਰ ਕੌਣ ਰਹੇ ਆ। ਤਾਂ ਆਪਾਂ ਪੜ੍ਹ ਚੁੱਕੇ ਆ ਬਈ ਇਹਦੇ ਫਾਊਂਡਰ ਉਹੀ ਰਹੇ ਆ ਜਿਹਨੇ ਮੌਰਿਆ ਵੰਸ਼ ਨੂੰ ਖਤਮ ਕੀਤਾ ਸੀ। ਤਾਂ ਉਹ ਕੌਣ ਸੀ? ਉਹ ਸੀ ਪੁਸ਼ਪਮਿਤਰਾ ਸੰਘਾ। ਪੁਸ਼ਪਮਿਤਰਾ ਸੰਘਾ ਉਹ ਆਪਾਂ ਜਾਣ ਚੁੱਕੇ ਆ। ਤਾਂ ਇਹ ਉਹੀ ਪੁਸ਼ਪਮਿਤਰਾ ਸੰਘਾ ਹੈਗੇ ਆ। ਕਲੀਅਰ ਹੋ ਗਈ ਗੱਲ ਨੂੰ? ਇਸ ਤੋਂ ਬਾਅਦ ਇਹਨਾਂ ਦਾ ਟਾਈਮ ਪੀਰੀਅਡ ਕਦੋਂ ਤੋਂ ਕਦੋਂ ਤੱਕ ਹੈ? ਕੱਲੇ ਇਹਦੀ ਗੱਲ ਕਰ ਰਿਹਾ, ਉਹ ਪੂਰੇ ਵੰਸ਼ ਦਾ ਟਾਈਮ ਪੀਰੀਅਡ ਹੈ ਵੀ ਪੂਰੇ ਵੰਸ਼ ਦਾ। ਇਹ ਕੱਲੇ ਇਹਨਾਂ ਦੀ ਗੱਲ ਕਰ ਰਿਹਾ। 185 BC ਤੋਂ ਲੈ ਕੇ 149 BC ਤੱਕ ਰਹੇ ਸੀ ਕੌਣ? ਪੁਸ਼ਪਮਿਤਰਾ ਸੰਘਾ। ਅਤੇ ਇਹਨਾਂ ਨੇ 2 ਹਮਲੇ ਫੇਲ ਕੀਤੇ ਗ੍ਰੀਕ ਤੇ। 2 ਹਮਲੇ ਹੋਏ ਗ੍ਰੀਕ ਦੇ ਨਾ, ਗ੍ਰੀਕ ਜਿਹੜੀ ਕੰਟਰੀ ਹੈਗੀ ਆ ਉਹਨਾਂ ਨੇ 2 ਹਮਲੇ ਕੀਤੇ ਸੀ। 2 ਹਮਲੇ ਕਿੰਨਾ ਦੇ ਹੋਏ ਸੀ? ਇੱਕ ਤਾਂ ਡੈਮੇਟੇਰੀਅਸ, ਇੱਕ ਤਾਂ ਵੀ ਇਹਨੇ ਹਮਲਾ ਕੀਤਾ ਸੀਗਾ। ਕਲੀਅਰ ਹੋ ਗਈ ਗੱਲ ਨੂੰ? ਇੱਕ ਮਨੇਂਦਰ, ਠੀਕ ਹੈ। ਇਹਨਾਂ ਦੋਵਾਂ ਨੇ ਹਮਲਾ ਕੀਤੇ ਸੀਗੇ, ਅਲੱਗ-ਅਲੱਗ ਹੈ, ਇੱਕ ਬੰਦਾ ਨਹੀਂ, ਇਹ ਅਲੱਗ-ਅਲੱਗ ਹੈ। ਇਹਨੇ ਅਲੱਗ ਹਮਲਾ ਕੀਤਾ, ਇਹਨੇ ਅਲੱਗ ਹਮਲਾ ਕੀਤਾ। ਤਾਂ ਪੁਸ਼ਪਮਿਤਰਾ ਸੰਘਾ ਬਹੁਤ ਵਧੀਆ ਸ਼ਾਸਕ ਮੰਨਿਆ ਗਿਆ ਹੈ। ਤਾਂ ਇਹਨੇ ਦੋਵਾਂ ਦੇ ਹਮਲੇ ਫੇਲ ਕੀਤੇ। ਅੱਛਾ, ਡੈਮਾਟੇਰੀਅਸ ਤੇ ਮਨਿੰਦਰ ਕੌਣ ਸੀਗਾ? ਇਹਨਾਂ ਤੋਂ ਨਾ ਮੈਂ ਅਲੱਗ ਤੋਂ ਵੀਡੀਓ ਦਊਂਗਾ। ਇਹ ਮਤਲਬ ਵਿੱਚ ਨਹੀਂ ਆਪਾਂ ਕਰਦੇ, ਕਿਉਂਕਿ ਆਪਾਂ ਇਹਨਾਂ ਬਾਰੇ ਨਹੀਂ ਜਾਣ ਰਹੇ, ਆਪਾਂ ਸ਼ਾਂਗਾ ਵੰਸ਼ ਬਾਰੇ ਪੜ੍ਹ ਰਹੇ ਹਾਂ। ਇਹਨਾਂ ਵਾਸਤੇ ਅਲੱਗ ਤੋਂ ਵੀਡੀਓ ਦਊਂਗਾ। ਇਹ ਕਿਵੇਂ ਆਏ, ਕਿਵੇਂ ਅਟੈਕ ਕੀਤਾ, ਉਹ ਅਲੱਗ ਤੋਂ ਵੀਡੀਓ ਦੇ ਦਊਂਗਾ। ਬਸ ਫਿਲਹਾਲ ਤੁਸੀਂ ਇਹ ਜਾਣੋ ਬਈ ਡੈਮਾਟੇਰੀਅਸ ਤੇ ਮਨਿੰਦਰ ਦਾ ਅਟੈਕ ਹੋਇਆ ਪੁਸ਼ਪਮਿਤਰਾ ਸੰਘਾ ਦੇ, ਪਰ ਇਹ ਹਾਰ ਕੇ ਗਏ। ਪੁਸ਼ਪਮਿਤਰਾ ਸੰਘਾ ਦੇ ਹੱਥੋਂ ਹਾਰ ਕੇ ਗਏ। ਕਲੀਅਰ ਹੋ ਗਈ ਗੱਲ ਨੂੰ? ਉਸ ਤੋਂ ਬਾਅਦ ਪੁਸ਼ਪਮਿਤਰਾ ਸੰਘਾ ਤੋਂ ਬਾਅਦ ਇਹਦਾ ਮੁੰਡਾ, ਆਪਾਂ ਕਿਹਾ ਸੀ 3 ਰਾਜੇ ਪੜ੍ਹਨੇ ਆ। ਇੱਕ ਤਾਂ ਪੁਸ਼ਪਮਿਤਰਾ ਸੰਘਾ ਬਾਰੇ ਪੜ੍ਹਿਆ ਆਪਾਂ ਥੋੜਾ ਜਿਹਾ, ਇੱਕ ਆਪਾਂ ਪੜ੍ਹਨਾ ਇਹਦੇ ਮੁੰਡੇ ਬਾਰੇ। ਇਹਦਾ ਮੁੰਡਾ ਕੌਣ ਸੀਗਾ ਬਈ? ਤਾਂ ਪੁਸ਼ਪਮਿਤਰਾ ਸੰਘਾ ਦਾ ਮੁੰਡਾ ਸੀ ਅਗਨੀਮਿਤਰਾ। ਅੱਛਾ, ਅਗਨੀਮਿਤਰਾ ਟਾਈਮ ਪੀਰੀਅਡ ਕਿੰਨਾ ਰਿਹਾ? 149 BC ਤੋਂ ਲੈ ਕੇ 141 BC ਤੱਕ ਰਹੇ। 149 BC ਤੋਂ ਲੈ ਕੇ 141 BC ਤੱਕ ਰਹੇ। ਇਹ ਟਾਈਮ ਪੀਰੀਅਡ ਕਿਹਦਾ ਰਿਹਾ? ਅਗਨੀਮਿਤਰਾ ਦਾ, ਜੋ ਕਿ ਕਿਹਦਾ ਮੁੰਡਾ ਹੈਗਾ? ਪੁਸ਼ਪਮਿਤਰਾ ਸੰਘਾ ਦਾ ਮੁੰਡਾ ਹੈਗਾ। ਹੁਣ ਇੱਥੇ ਦੇਖਿਓ, ਥੋੜੀ ਜਿਹੀ ਗੱਲਾਂ ਧਿਆਨ ਰੱਖਿਓ ਮਾੜਾ ਜਿਹਾ। ਇਹਨਾਂ ਦੇ ਟਾਈਮ 'ਚ ਕੀ ਹੋਇਆ? ਅਗਰ ਤੁਹਾਨੂੰ ਕੁਐਸਚਨ ਆ ਗਏ, ਠੀਕ ਹੈ, ਬੁੱਧ ਧਰਮ ਦੇ, ਬੁੱਧਿਸਟ ਦੇ 84,000 ਸਤੂਪ ਬਈ ਬੁੱਧ ਧਰਮ ਦੇ ਉਸ ਟਾਈਮ ਸਤੂਪ ਬਣੇ ਹੁੰਦੇ ਸੀ। ਸਤੂਪ ਕੀ ਹਨ? ਸਾਂਚੇ ਬਣੇ ਹੁੰਦੇ ਸੀਗੇ, ਮੂਰਤੀਆਂ ਵਗੈਰਾ ਜਾਂ ਹੋਰ ਬਥੇਰੀ ਚੀਜ਼ਾਂ ਸੀਗੀਆਂ। ਤਾਂ 84,000 ਸਤੂਪ ਕਿਹਨੇ ਤੜਵਾਤੇ? ਅਗਨੀਮਿਤਰਾ ਨੇ ਤੜਵਾਤੇ। ਕਿਉਂਕਿ ਇਹ ਬੰਦਾ ਕਿਸੇ ਵੀ ਧਰਮ ਨੂੰ ਲੈ ਕੇ ਕਿਉਂਕਿ ਜਿਹੜਾ ਵੀ ਧਰਮ ਫੈਲਦਾ ਸੀਗਾ ਤਾਂ ਇਹ ਬੰਦਾ ਬਹੁਤ ਜ਼ਿਆਦਾ ਮਤਲਬ ਧਰਮ ਵਿਰੋਧੀ ਸੀਗਾ। ਕਹਿਣ ਦਾ ਮਤਲਬ ਇਹ ਸੀ ਧਰਮ ਵਿਰੋਧੀ ਸੀਗਾ। ਤਾਂ ਇਹਨੇ ਬੁੱਧ ਦੇ 84,000 ਸਤੂਪ ਡਿਸਟਰੋਇਡ ਕਰਾਤੇ। ਇਹ ਕੁਐਸਚਨ ਪੇਪਰ 'ਚ ਆਇਆ ਹੋਇਆ, ਵੀ ਧਿਆਨ ਰੱਖਿਓ ਕਿਹੜਾ ਰਾਜਾ ਇਹੋ ਜਿਹਾ ਸੀਗਾ ਜਿਹਨੇ 84,000 ਸਤੂਪ ਡਿਸਟਰੋਇਡ ਕਰਾਏ ਸੀ। ਸਤੂਪ ਮਤਲਬ ਸਾਂਚੇ ਡਿਸਟਰੋਇਡ ਕਰਾਤੇ ਸੀਗੇ ਬੁੱਧ ਧਰਮ ਦੇ। ਉਹ ਕੌਣ ਸੀਗਾ? ਬੁੱਧਿਸਟ ਦਾ ਕੌਣ ਸੀਗਾ? ਅਗਨੀਮਿਤਰਾ। ਇਸ ਤੋਂ ਬਾਅਦ ਇਹਨੂੰ ਨੋਟ ਕਰੋ ਮਾੜਾ ਜਿਹਾ ਹੋਰ ਦੱਸਾਂ।
ठीक है भाई, ਇਹਨੂੰ मैं लिखदा ਉੱਪਰੋਂ ਦੀ मैं रफ कर देना माड़ा ਜਿਹਾ, क्योंकि ਉੱਪਰ ਆਪਾਂ ਪੜ ਚੁੱਕੇ ਹਾਂ। ਤਾਂ ਦੇਖਿਓ ਮਾੜਾ ਜਿਹਾ, ਹਾਲੇ ਮੈਂ ਇਹਦੀ ਗੱਲ ਹੀ ਕਰ ਰਿਹਾ, ਅਗਨੀ ਮਿੱਤਰਾਂ ਦੀ ਹੀ ਗੱਲ ਕਰ ਰਿਹਾ। ਹੁਣ ਅਗਨੀ ਮਿੱਤਰਾਂ ਦੇ ਧਿਆਨ ਨਾਲ ਦੇਖਿਓ, ਮੈਂ ਇੱਥੇ ਵਾਪਸ ਲਿਖ ਦੇਣਾ, ਉੱਪਰਲੇ ਪਾਸੇ ਲਿਖ ਦੇਣਾ। ਹੁਣ ਅਗਨੀ ਮਿੱਤਰਾਂ ਦੀ ਧਿਆਨ ਨਾਲ ਸਮਝਿਓ। ਪਹਿਲਾਂ ਤਾਂ ਇਹਨੇ ਡਿਸਟਰੋਇਡ ਕਰਾਤਾ ਬਈ, ਬਾਅਦ ਚ ਨਾ ਇਸ 'ਚ ਦਇਆ ਆਈ ਬਈ ਮੈਂ ਗਲਤ ਕਰਵਾਤੇ, ਮਤਲਬ ਮੈਨੂੰ ਤੜਾਣੇ ਨਹੀਂ ਚਾਹੀਦੇ ਸੀ, ਇਹ ਕਿਸੇ ਦੇ ਧਰਮ ਦੇ ਨਾਲ ਮਤਲਬ ਆਪਾਂ ਖਿਲਵਾੜ ਨਹੀਂ ਕਰਨਾ। ਤਾਂ ਇਹਨੇ ਦੁਬਾਰਾ ਫਿਰ स्तूप रिनोवेटेड करवाए। ਤਾਂ ਜੇ ਆ ਗਿਆ बुद्धिस्ट स्तूप, बुद्धिस्ट स्तूप रिनोवेटेड, रिनोवेटेड मतलब ਪਹਿਲਾਂ ਤਾਂ ਬੰਦੇ ਨੇ ਤੜਾਇਆ ਫਿਰ ਬਣਾਇਆ। ਕੌਣ ਸੀਗਾ ਉਹ? ਅਗਨੀ ਮਿੱਤਰਾ। ਅਗਨੀ ਮਿੱਤਰਾ ਹਰਾ ਨੇ ਪਹਿਲਾਂ ਤਾਂ 84,000 ਸਤੂਪ ਡਿਸਟਰੋਏ ਕਰਾਤੇ, ਬਾਅਦ ਦੇ ਵਿੱਚ ਰਿਨੋਵੇਟਡ ਕਰਵਾਤੇ। ਤਾਂ ਉਹ ਕੌਣ ਸੀਗਾ? ਅਗਨੀ ਮਿੱਤਰਾ। ਕਲੀਅਰ ਹੋ ਗਈ ਗੱਲ ਨੂੰ? ਹੁਣ ਮੇਰੀ ਗੱਲ ਧਿਆਨ ਨਾਲ ਸੁਣਿਓ। ਅਗਨੀ ਮਿੱਤਰਾ ਨੇ ਕੀ ਕੀਤਾ ਸੀ? ਹੁਣ ਇਹਨੇ ਇੱਕ ਯੱਗ ਕਰਵਾਇਆ ਜਿਹਦਾ ਨਾਮ ਸੀ ਅਸ਼ਵਮੇਧਾ। ਅਸ਼ਵਮੇਧਾ, ਅਸ਼ਵਮੇਧਾ, ਠੀਕ ਹੈ, ਉਹਨੂੰ ਯੱਗ ਕਹਿ ਦਿੰਦੇ ਸੀਗੇ, ਯੱਗ, ठीक है, यज्ञ। अश्वमेधा यज्ञ किने करवाया? वो कराया अग्नि मित्रा ने। अग्नि मित्रा ने, अग्नि मित्रा, अग्नि मित्रा ने। बई ये यज्ञ च हुंदा की सीगा? ਤਾਂ ਦੇਖੋ ਜਿਵੇਂ ਤੁਸੀਂ ਰਮਾਇਣ ਦੇਖੀ ਹੈ, ਰਮਾਇਣ 'ਚ ਸ਼੍ਰੀ ਰਾਮਚੰਦਰ ਜੀ ਹਰਾਂ ਨੇ ਘੋੜਾ ਛੱਡਿਆ ਸੀਗਾ, ਬਈ ਕੋਈ ਘੋੜਾ ਫੜੂਗਾ ਤਾਂ ਉਹਨੂੰ ਯੁੱਧ ਕਰਨਾ ਪੈਣਾ ਸ਼੍ਰੀ ਰਾਮਚੰਦਰ ਜੀ ਨਾਲ। ਉਹ ਕੀ ਕਰਦੇ ਸੀ? ਆਪਦੀ ਇੱਕ ਮਤਲਬ ਬਈ ਵੀਰਤਾ ਦਿਖਾਉਂਦੇ ਸੀਗੇ, ਵੀ ਵੀਰਤਾ ਬਈ ਕੋਈ ਹੋਰ ਹੈ ਜੋ ਸਾਡੇ ਨਾਲ ਯੁੱਧ ਕਰ ਸਕਦਾ ਹੈ। ਉਹੀ ਰਣਨੀਤੀ ਇਹਨੇ ਅਪਣਾਈ। ਅਸ਼ਵਮੇਧਾ ਦਾ ਮਤਲਬ ਇਹ ਹੁੰਦਾ ਹੈ ਇਹਨੇ ਆਪਦਾ ਘੋੜਾ ਛੱਡਿਆ, ਅਗਰ ਕੋਈ ਘੋੜੇ ਨੂੰ ਫੜ ਲੂਗਾ, ਕੋਈ ਰਾਜਾ ਫੜ ਲੂਗਾ ਤਾਂ ਉਹਨੂੰ ਇਹਦੇ ਨਾਲ ਯੁੱਧ ਕਰਨਾ ਪੈਣਾ। ਉਹ ਹੁੰਦਾ ਸੀ ਅਸ਼ਵਮੇਧਾ ਯੋਜਨਾ। ਘੋੜੇ ਨੂੰ ਛੱਡ ਕੇ ਮੁੜ ਕੇ ਉਹਨੂੰ ਜਿਹੜਾ ਕੋਈ ਫੜ ਲੇਗਾ ਰਾਜਾ, ਉਹਦੇ ਨਾਲ ਯੁੱਧ ਕਰਨਾ ਪੈਣਾ। ਤਾਂ ਇਹ ਯੋਜਨਾ ਕਿਹਨੇ ਚਲਾਈ? ਅਗਨੀ ਮਿੱਤਰਾ ਨੇ ਚਲਾਈ। ਪਹਿਲਾਂ ਤਾਂ ਇਹ ਬੰਦੇ ਨੇ ਧਿਆਨ ਨਾਲ ਦੇਖਿਓ 84,000 ਸਤੂਪ ਡਿਸਟਰੋਇਡ ਕਰਾਤੇ, ਫਿਰ ਬਣਾਏ, ਤੇ ਫਿਰ ਕੀ ਸੀ? ਅਸ਼ਵਮੇਧਾ ਯੋਜਨਾ ਚਲਾਈ। ਇਹਦੇ ਦਰਬਾਰ 'ਚ ਇੱਕ ਕੌਣ ਸੀਗਾ ਵੀ? ਤਾਂ ਅਗਨੀ ਮਿੱਤਰਾ ਦੇ ਦਰਬਾਰ 'ਚ ਇੱਕ ਬੰਦਾ ਸੀਗਾ, ਤਾਂ ਬਹੁਤ ਵਧੀਆ ਮਤਲਬ ਯੱਗ ਕਰਦੇ ਸੀਗੇ, ਯੱਗ ਕਰਦੇ ਸੀ ਨਾ ਬਈ, ਇਹ ਪੁਰਾਣੇ ਟਾਈਮ 'ਚ ਯੱਗ ਕਰਦੇ ਸੀ। ਤਾਂ ਰਿਸ਼ੀ ਮੁਨੀ ਸੀਗਾ, ਉਹਦਾ ਨਾਮ ਧਿਆਨ 'ਚ ਰੱਖਿਓ, ਕੌਣ ਸੀ? ਮਹਾਰਿਸ਼ੀ ਪਤੰਜਲੀ। ਬਈ ਤੁਸੀਂ ਇਹ ਨਾਮ ਸੁਣਿਆ ਹੋਇਆ, ਮਹਾਰਿਸ਼ੀ ਪਤੰਜਲੀ। ਬਈ ਪਤੰਜਲੀ ਦੇ ਪ੍ਰੋਡਕਟ ਆਂਦੇ ਨਾ ਆਪਣੇ, ਪਤੰਜਲੀ ਦੇ ਪ੍ਰੋਡਕਟ ਆਂਦੇ ਬਾਬਾ ਰਾਮਦੇਵ ਹਰਾਂ ਦੇ, ਬਾਬਾ ਰਾਮਦੇਵ ਹਰਾਂ ਦੇ ਪਤੰਜਲੀ ਦੇ ਪ੍ਰੋਡਕਟ ਆਂਦੇ। ਪਤੰਜਲੀ ਕੌਣ ਹੈ? ਉਹਨਾਂ ਦੇ ਗੁਰੂ ਹੈ, ਗੁਰੂ ਹੈ, ਠੀਕ ਹੈ। ਕੌਣ ਸੀਗੇ? ਗੁਰੂ ਦਾ ਮਤਲਬ ਇਹ ਨਹੀਂ ਬਈ ਉਹਨਾਂ ਨੂੰ ਮਤਲਬ ਉਸ ਟਾਈਮ ਤੇ ਮਿਲੇ ਸੀਗੇ, ਇਹਦਾ ਟਾਈਮ ਪੀਰੀਅਡ ਬਹੁਤ ਪੁਰਾਣਾ ਹੈ, ਬਟ ਉਹਨਾਂ ਨੇ ਮਤਲਬ ਇਹਨਾਂ ਦੇ ਨਾਂ ਤੇ ਰੱਖਿਆ ਪਤੰਜਲੀ ਦੇ ਨਾਂ ਤੇ। ਮਹਾਰਿਸ਼ੀ ਪਤੰਜਲੀ ਇਹ ਕਿਹਦੇ ਦਰਬਾਰ ਦੇ ਵਿੱਚ ਸੀਗੇ? ਦੁਬਾਰਾ ਫੇਰ ਦੱਸਦਾ, ਇਹ ਅਗਨੀ ਮਿੱਤਰਾ ਦੇ ਦਰਬਾਰ 'ਚ ਸੀਗੇ ਮਹਾਰਿਸ਼ੀ ਪਤੰਜਲੀ। ਉਹ ਬਈ ਜਿਹੜੀ ਅੱਜ ਕੱਲ ਦਵਾਈਆਂ ਆਂਦੀਆਂ, ਜੋ ਵੀ ਆਂਦਾ ਮਤਲਬ ਪਤੰਜਲੀ ਦਾ ਤੁਹਾਨੂੰ ਪਤਾ ਟੂਥਬ੍ਰਸ਼ ਬਹੁਤ ਕੁਛ ਆਉਣ ਲੱਗਿਆ, ਸਾਬਣ ਸੁਬਣ ਸਾਰਾ ਕੁਛ ਆਉਣ ਲੱਗ ਗਿਆ, ਉਹ ਸਾਰਾ ਹੁਣ ਨਵਾਂ ਚੱਲਣ ਲੱਗ ਗਿਆ। ਪਹਿਲਾਂ ਇਹਨਾਂ ਦਾ ਅਵਿਸ਼ਕਾਰ ਕਿਹਨੇ ਕਰਤਾ ਸੀਗਾ? ਤਾਂ ਮਹਾਰਿਸ਼ੀ ਪਤੰਜਲੀ ਨੇ ਇਹਨਾਂ ਦਾ ਅਵਿਸ਼ਕਾਰ ਪਹਿਲਾਂ ਹੀ ਕਰਤਾ ਸੀ, ਜੜੀ ਬੂਟੀਆਂ ਵਗੈਰਾ, ਆਹ ਚੀਜ਼ਾਂ ਵਗੈਰਾ। ਤਾਂ ਮਹਾਰਿਸ਼ੀ ਪਤੰਜਲੀ ਕਿਹਦੇ ਦਰਬਾਰ ਦੇ ਸੀਗੇ? ਤਾਂ ਅਗਨੀ ਮਿੱਤਰਾ ਦੇ ਦਰਬਾਰ ਦੇ ਸੀ ਮਹਾਰਿਸ਼ੀ ਪਤੰਜਲੀ। ਕਲੀਅਰ ਹੋ ਗਈ ਗੱਲ ਨੂੰ? ਮੈਂ ਰਫ ਕਰਦਾ ਅਗਨੀ ਮਿੱਤਰਾ ਦਾ, ਅਗਨੀ ਮਿੱਤਰਾ ਬਾਰੇ ਪੜ੍ਹ ਰਹੇ ਹਾਲੇ ਆਪਾਂ, ਧਿਆਨ ਰੱਖਿਓ ਮਾੜਾ ਜਿਹਾ। ਇੱਕ ਇਹਨਾਂ ਦੀ ਬੁੱਕ ਵੀ ਆਈ ਸੀਗੀ, ਮਹਾਰਿਸ਼ੀ ਪਤੰਜਲੀ ਦੀ ਇੱਕ ਬੁੱਕ ਵੀ ਆਈ ਸੀ, ਮਹਾਭਾਸ਼ਿਆ, ਮਹਾਭਾਸ਼ਿਆ। ਅੱਛਾ, ਇਹ ਬੁੱਕ ਦਾ ਨਾਮ ਹੈ, ਇਹ ਬੁੱਕ ਦਾ ਨਾਮ ਹੈ, ਠੀਕ ਹੈ। ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਬਈ ਕੋਈ ਜੜੀ ਬੂਟੀ ਕਿਵੇਂ ਤਿਆਰ ਕੀਤੀ ਜਾਂਦੀ ਹੈ, ਕੋਈ ਜੜੀ ਬੂਟੀ ਤੋਂ ਕਿਵੇਂ ਦਵਾਈ ਕੋਈ ਤਿਆਰ ਕੀਤੀ ਜਾਂਦੀ ਹੈ, ਕਿਵੇਂ ਆਪਾਂ ਸਰੀਰ ਦੇ ਰੋਗਾਂ ਤੋਂ ਮੁਕਤ ਹੋ ਸਕਦੇ ਹਾਂ। ਤਾਂ ਇਹ ਚੀਜ਼ਾਂ ਨੂੰ ਦੇਖ ਦੇਖ ਕੇ ਤਾਂ ਅੱਜ ਆਪਣੇ ਜੋ ਮਤਲਬ ਇੰਡੀਆ ਦੇ ਵਿੱਚ ਪੈਦਾ ਹੋ ਰਹੀਆਂ ਚੀਜ਼ਾਂ, ਮਤਲਬ ਕੋਈ ਦਵਾਈ ਬਣ ਰਹੀ, ਕੋਈ ਕੁਛ ਬਣ ਰਿਹਾ, ਉਹ ਐਵੇਂ ਥੋੜੀ ਪੈਦਾ ਹੋ ਰਹੀਆਂ, ਕਿਤੇ ਨਾ ਕਿਤੇ ਕੁਛ ਨਾ ਕੁਛ ਲਿਖਿਆ ਗਿਆ ਹੋਏਗਾ, ਬੁੱਕਾਂ ਚੋਂ ਹੀ ਚੱਕਿਆ ਜਾ ਰਿਹਾ। ਉਹ ਆਹ ਵਾਲੀ ਬੁੱਕਾਂ ਹੈਗੀਆਂ। ਮੈਂ ਫੇਰ ਦੱਸਦਾ, ਤਾਂ ਮਹਾਰਿਸ਼ੀ ਪਤੰਜਲੀ ਕਿਹਦੇ ਦਰਬਾਰ ਦੇ ਸੀਗੇ? ਅਗਨੀ ਮਿੱਤਰਾ ਦੇ ਦਰਬਾਰ ਦਾ। ਤਾਂ ਅਗਨੀ ਮਿੱਤਰਾ ਨੇ ਬੁੱਕ ਲਿਖੀ ਸੀ, ਪਤੰਜਲੀ ਨੇ ਬੁੱਕ ਲਿਖੀ ਸੀ, ਮਹਾਰਿਸ਼ੀ ਪਤੰਜਲੀ ਨੇ ਕਿਹੜੀ ਬੁੱਕ ਲਿਖੀ? ਮਹਾਭਾਸ਼ਿਆ। ਤੇ ਅਸ਼ਵਮੇਧਾ ਯੱਗ ਕੀ ਹੁੰਦਾ ਸੀਗਾ? ਪੁਰਾਣੇ ਟਾਈਮ ਤੇ ਘੋੜਾ ਛੱਡਣਾ, ਜਿਹੜਾ ਘੋੜਾ ਫੜ ਲੇਗਾ ਤਾਂ ਰਾਜੇ ਨਾਲ ਲੜਾਈ ਕਰਨੀ ਪੈਣੀ ਹੈ। ਕਲੀਅਰ ਹੋ ਗਈ? ਤਾਂ ਅਗਨੀ ਮਿੱਤਰਾ ਬਾਰੇ ਪੜ੍ਹ ਲਿਆ, ਤੇ ਇੱਕ ਆਪਾਂ ਲਾਸਟ ਰਾਜਾ ਪੜ੍ਹਨਾ ਇਹਦਾ, ਫਿਰ ਆਪਾਂ ਇਹਦੇ ਵੰਸ਼ 'ਚ ਹੋਰ ਕੁਝ ਵੀ ਨਹੀਂ ਚਾਕੀ ਮਾਰਨੀ, ਕਿਉਂਕਿ ਇਹਦੇ ਕੁਐਸਚਨ ਕਦੇ ਪੇਪਰ 'ਚ ਨਹੀਂ ਆਏ, ਪਰ ਇੰਪੋਰਟੈਂਟ ਗੱਲਾਂ ਆਪਾਂ ਨੂੰ ਪਤਾ ਹੋਣੀ ਚਾਹੀਦੀਆਂ। ਕਲੀਅਰ ਹੋ ਗਈ? ਤਾਂ ਲਾਸਟ ਰਾਜਾ ਧਿਆਨ ਰੱਖਿਓ, ਲਾਸਟ ਕਿੰਗ, ਲਾਸਟ ਕਿੰਗ, ਲਾਸਟ ਕਿੰਗ ਕੌਣ ਸੀ? ਦੇਵਾਭੂਤੀ, ਦੇਵਾਭੂਤੀ। ਲਾਸਟ ਕਿੰਗ ਕੌਣ ਸੀ? ਦੇਵਾਭੂਤੀ, ਜਿਹੜਾ 85 BC ਤੋਂ ਲੈ ਕੇ 85 BC ਤੋਂ ਲੈ ਕੇ 73 BC ਤੱਕ ਰਿਹਾ ਹੈ। ਦੇਵਾਭੂਤੀ 85 BC ਤੋਂ ਲੈ ਕੇ 73 BC ਤੱਕ ਰਿਹਾ ਹੈ। ਅੱਛਾ, ਇਹਦੇ ਹੀ ਮਿਨਿਸਟਰ ਦੇ ਇਹਦੀ ਹੱਤਿਆ ਕਰਤੀ। ਬਈ ਆਹੀ ਕੰਮ ਹੁੰਦਾ ਸੀਗਾ, ਇੱਕ ਦਾ ਮਿਨਿਸਟਰ ਆ ਕੇ ਦੂਜੇ ਨੂੰ ਮਾਰ ਦੇਗਾ, ਆਪਦਾ ਵੰਸ਼ ਚਲਾ ਲੇਗਾ, ਇਹੀ ਪਹਿਲਾਂ ਚੱਲਦਾ ਸੀਗਾ। ਤਾਂ ਇਹਦੇ ਮਿਨਿਸਟਰ, ਇਹਦੇ ਮਿਨਿਸਟਰ ਕੌਣ ਸੀਗਾ ਬਈ? ਇਹਦਾ ਮਿਨਿਸਟਰ ਸੀਗਾ ਵਾਸੁਦੇਵ ਕਨਵਾ, ਵਾਸੁਦੇਵ ਕਨਵਾ। ਬਈ ਵਾਸੁਦੇਵ ਕਨਵਾ ਨੇ ਇਹਦੀ ਹੱਤਿਆ ਕਰਤੀ,
ਕਿਹੜਾ ਵੰਸ਼ ਖਤਮ ਕਰਤਾ? ਸ਼ਾਂਗਾ ਵੰਸ਼ ਖਤਮ ਕਰਤਾ ਤੇ ਇੱਥੋਂ ਦੀ ਸ਼ੁਰੂ ਹੋ ਗਿਆ ਕਨਵਾ ਵੰਸ਼। ਇੱਥੋਂ ਦੀ ਸ਼ੁਰੂ ਹੋ ਗਿਆ ਕਨਵਾ ਵੰਸ਼। ਇਹ ਵੰਸ਼ ਆਪਾਂ ਤਿੰਨ ਰਾਜਿਆਂ ਦਾ ਜਾਣਿਆ। ਸਭ ਤੋਂ ਪਹਿਲਾਂ ਪੁਸ਼ਮਿਤਰਾ ਸੰਘਾ, ਅਗਨੀਮਿਤਰਾ ਤੇ ਦੇਵਾਭੂਤੀ। ਦੇਵਾਭੂਤੀ ਲਾਸਟ ਰਾਜਾ ਸੀਗਾ, ਉਹਦੇ ਹੀ ਮੰਤਰੀ ਨੇ ਇਹਦੀ ਹੱਤਿਆ ਕਰਤੀ। ਮੰਤਰੀ ਕੌਣ ਸੀ? ਵਾਸੁਦੇਵ ਕਨਵਾ। ਟੋਟਲ ਰਾਜੇ ਕਿੰਨੇ ਸੀ? ਟੋਟਲ 10 ਰਾਜੇ ਆਏ ਸੀਗੇ। ਤਿੰਨ ਬਾਰੇ ਆਪਾਂ ਜਾਣਨਾ ਸੀਗਾ। ਇਤੋਂ ਆਪਣਾ ਵੰਸ਼ ਖਤਮ ਹੋ ਗਿਆ। ਨੈਕਸਟ ਜਿਹੜਾ ਲੈਕਚਰ ਹੋਏਗਾ ਉੱਥੇ ਕਨਵਾ ਵੰਸ਼ ਤੋਂ ਸ਼ੁਰੂ ਹੋ ਜਾਏਗਾ। ਕਲੀਅਰ ਹੋ ਗਈ? ਨੋਟਸ ਪ੍ਰੋਪਰ ਬਣਾਓ, ਮੈਂ ਫੇਰ ਕਹਿ ਰਿਹਾ। ਕਲੀਅਰ ਹੋ ਗਈ? ਅਗਰ ਇਹਨੂੰ ਦੇਖੋਗੇ ਵੀਡੀਓ ਨੂੰ ਕੁਝ ਵੀ ਨਹੀਂ ਹੋਣਾ, ਨੋਟਸ ਪ੍ਰੋਪਰ ਬਣਾਓ, ਆਉਣ ਵਾਲੇ ਐਗਜ਼ਾਮ ਤੁਹਾਡਾ ਪੱਕਾ ਕਲੀਅਰ ਹੋਏਗਾ। ਅਗਰ ਨੋਟਸ ਬਣੇ ਹੋਣਗੇ ਤੇ ਤੁਹਾਨੂੰ ਯਾਦ ਹੋਏਗਾ। ਕਲੀਅਰ ਹੋ ਗਈ? ਤਾਂ ਅੱਜ ਲਈ ਇੰਨਾ ਬਹੁਤ ਹੈ, ਆਪਾਂ ਫੇਰ ਮਿਲਾਂਗੇ। ਥੈਂਕ ਯੂ ਪਰ ਵੀਡੀਓ ਨੂੰ ਲਾਈਕ ਕਰ ਦਿਓ, ਠੀਕ ਹੈ? ਵੀਡੀਓ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਚੈਨਲ ਨੂੰ। ਇਹੋ ਜਿਹੀ ਵੀਡੀਓ ਹੋਰ ਆਉਂਦੀਆਂ ਰਹਿਣਗੀਆਂ। ਆਪਾਂ ਫੇਰ ਮਿਲਦੇ ਹਾਂ। ਥੈਂਕ ਯੂ।